ਭਾਜੀ ਸਾਨੂੰ ਉਹਨਾਂ ਨੇ ਫੋਨ ਨਹੀਂ ਕੀਤਾ। ਜਦੋਂ ਅਸੀਂ ਫੋਨ ਕੀਤਾ, ਇਹਨੂੰ ਫੋਨ ਕੀਤਾ, ਅਸੀਂ 20 ਨੰਬਰਾਂ ਤੋਂ ਫੋਨ ਕੀਤਾ। ਹੁਣ ਏਜੰਟ ਨੂੰ ਸਾਨੂੰ ਸਾਰੇ ਪਾਸੇ ਬੰਦ ਕਰ ਦਿੱਤਾ ਨੇ, ਬਲੌਕ ਕਰ ਦਿੱਤਾ। ਕਹਿੰਦਾ ਮੈਂ ਜ਼ਿੰਮੇਵਾਰ ਬੈਠਾ, ਜੇ ਕੋਈ ਗੱਲ ਵੀ ਹੋ ਗਈ ਮੈਂ ਜ਼ਿੰਮੇਵਾਰ ਆ, ਮੈਂ ਕੰਮ ਤੇ ਲਵਾਉਂਗਾ, 30,000 35,000 ਰੁਪਇਆ ਮਹੀਨਾ ਤੁਹਾਨੂੰ ਪਾਇਆ ਕਰੂਗਾ। ਤੁਸੀਂ ਰਿਪੋਰਟ ਵਾਪਸ ਲੈ ਲਓ, ਫੇਰ ਹੀ ਕਹਿੰਦਾ ਮੈਂ ਕਢਵਾਉਣਾ। ਜਦ ਤੱਕ ਤੂੰ ਰਿਪੋਰਟ ਵਾਪਸ ਨਹੀਂ ਲੈਂਦੀ ਕਹਿੰਦਾ ਮੈਂ ਕੋਈ ਸਟੈਪ ਨਹੀਂ ਚੱਕਣਾ। ਭਾਜੀ ਅਸੀਂ ਬਹੁਤ ਵਾਰ ਫੋਨ ਕੀਤਾ ਏਜੰਟ ਨੂੰ, ਅਸੀਂ 20 ਨੰਬਰਾਂ ਤੋਂ ਕਾਲ ਫੋਨ ਕਰ ਚੁੱਕੇ। ਜਿਹੜੇ ਨੰਬਰ ਤੋਂ ਉਹਨੂੰ ਫੋਨ ਕਰਦੇ ਸੀ ਉਸੇ ਨੰਬਰ ਤੋਂ ਬਲੌਕ ਕਰ ਦਿੰਦਾ ਸੀਗਾ ਸਾਨੂੰ। ਉਹਦੀ ਘਰ ਵਾਲੀ ਨੇ ਕਿਹਾ, ਕਹਿੰਦੀ ਮੇਰੇ ਕੋਲ ਜੋ ਕਰਨਾ ਕਰੋ, ਕਹਿੰਦੀ ਮੈਨੂੰ ਕੋਈ ਮਤਲਬ ਨਹੀਂ, ਕਹਿੰਦੀ ਮੇਰੇ ਪੈਸੇ ਅਕਾਊਂਟ ਵਿੱਚ ਪਾਏ, ਮੈਨੂੰ ਨਹੀਂ ਪਤਾ ਕਿਹਦੇ ਪਾਏ ਕਿਹਦੇ ਨੇ, ਮੇਰੇ ਨਹੀਂ ਕਹਿੰਦੀ ਅਕਾਊਂਟ ਵਿੱਚ ਕੋਈ ਪੈਸਾ ਆਇਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਨਾਲ। ਇਸ ਵਕਤ ਅਸੀਂ ਜਲੰਧਰ ਦੇ ਦਿਹਾਤੀ ਪੁਲਿਸ ਕਪਤਾਨ ਦੇ ਦਫ਼ਤਰ ਦੇ ਬਾਹਰ ਖੜੇ ਹਾਂ, ਜਿੱਥੇ ਇੱਕ ਪਰਿਵਾਰ ਜੋ ਪਹੁੰਚਿਆ ਹੋਇਆ ਜਿਹੜਾ ਬਹੁਤ ਦੁਖੀ ਹੈ। ਦੁਖੀ ਇਸ ਕਰਕੇ ਹੈ ਕਿ ਏਜੰਟਾਂ ਦੇ ਹੱਥੇ ਇਹਨਾਂ ਦਾ ਭਰਾ ਚੜ ਗਿਆ। ਤਕਰੀਬਨ 2 ਸਾਲ ਹੋ ਗਏ ਨੇ ਮਲੇਸ਼ੀਆ ਦੇ ਵਿੱਚ ਵਰਕ ਪਰਮਿਟ ਦੇ ਨਾਮ ਦੇ ਉੱਤੇ ਉਹਨੂੰ ਬਹਿਲਾ ਫਸਲਾ ਕੇ ਇੱਥੋਂ ਲਿਜਾਇਆ ਗਿਆ। ਸੋ ਇੱਥੋਂ ਉਹਨੂੰ ਸਿਰਫ ਇੱਕ ਵਿਜ਼ਟਰ ਵੀਜ਼ੇ ਤੇ ਲਿਜਾਇਆ ਗਿਆ ਤੇ ਉੱਥੇ ਜਾ ਕੇ ਕਿਹਾ ਗਿਆ ਕਿ ਤੈਨੂੰ ਵਰਕ ਪਰਮਿਟ ਦਿਲਾ ਦਿਆਂਗੇ। ਪਰ ਅੱਜ ਤੱਕ 2 ਸਾਲ ਹੋ ਗਿਆ, ਇਹਨਾਂ ਦਾ ਪਰਿਵਾਰ ਜਿਹੜਾ ਭਰਾ ਆ ਉਹ ਵਾਪਸ ਨਹੀਂ ਮਿਲ ਪਾਇਆ ਇਹਨਾਂ ਨੂੰ। ਐਂਡ ਏਜੰਟ ਇਹਨਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਅਗਰ ਤੁਸੀਂ ਪੈਸੇ ਨਾ ਦਿੱਤੇ ਤੇ ਤੁਹਾਡੇ ਭਰਾ ਨੂੰ ਅਸੀਂ ਕੁਝ ਵੀ ਕਰ ਸਕਦੇ ਹਾਂ ਉੱਥੇ। ਸੋ ਇਸ ਵਕਤ ਇਹਨਾਂ ਦਾ ਭਰਾ ਜਿਹੜਾ ਵਾ ਉਹ ਜੇਲ੍ਹ ਵਿੱਚ ਹੈ ਮਲੇਸ਼ੀਆ ਦੇ ਵਿੱਚ। ਸੋ ਉਸ ਭਰਾ ਦੀਆਂ 3 ਭੈਣਾਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਵਿਆਹੀ ਆ ਤੇ 2 ਵਿਆਹੁਣ ਵਾਲੀਆਂ, ਤੇ ਉਹਨਾਂ ਦੀ ਵਾਈਫ ਆ, ਛੋਟੇ ਛੋਟੇ 2 ਬੱਚੇ ਨੇ। ਮਾਂ ਜਿਹੜੀ ਆ ਉਹ ਬਿਸਤਰ ਦੇ ਉੱਤੇ ਆ। ਸੋ ਪਰਿਵਾਰ ਦੇ ਵਿੱਚ ਕਮਾਈ ਦਾ ਜਿਹੜਾ ਵਾ ਸਾਧਨ ਕਿਸੇ ਕੋਲ ਨਹੀਂ। ਸੋ ਜਾਣਦੇ ਆ ਉਹਨਾਂ ਦੀ ਭੈਣ ਕੋਲੋਂ ਤੇ ਉਹਨਾਂ ਦੀ ਵਾਈਫ ਕੋਲੋਂ ਵੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਭੈਣ ਜੀ ਕੀ ਦਿੱਕਤ ਆ, ਕਦੋਂ ਤੁਹਾਡੇ ਨਾਲ ਇਹ ਪ੍ਰੋਬਲਮ ਹੋਈ ਹੈ? ਭਾਜੀ ਜਿੱਦਣ 21 ਮਾਰਚ ਨੂੰ ਸਾਨੂੰ ਫੋਨ ਬੰਦ ਹੋ ਗਿਆ ਭਰਾ ਦਾ ਸਾਡੇ ਦਾ। ਜਿੱਦਣ ਉਹਨੇ ਸੱਦਿਆ ਆ, ਪਹਿਲਾਂ ਕਹਿੰਦਾ ਸੀ 15-20 ਦਿਨ ਤਾਂ ਕੰਮ ਤੇ ਲਵਾਇਆ ਹੀ ਨਹੀਂ ਉਹਨੇ, ਤੇ ਕਹਿੰਦਾ ਸੀਗਾ ਵੀ ਚੱਲ ਕੋਈ ਨਾ ਟੈਨਸ਼ਨ ਨਾ ਲਓ ਮੈਂ ਕੰਮ ਤੇ ਲਵਾ ਦੇਣਾ। ਫਿਰ 18 ਦਿਨ ਲਵਾਏ ਤਾਂ ਫਿਰ ਕਹਿੰਦਾ ਸਾਡੀ ਕੰਪਨੀ ਵਿੱਚ ਪਾਕਿਸਤਾਨ ਦੇ ਕਾਰਡ ਬਣ ਗਏ ਆ, ਇਹਨਾਂ ਨੂੰ ਕੰਮ ਤੇ ਨਹੀਂ ਰੱਖਣਾ। ਫਿਰ ਜਿੱਦਾਂ ਨਾ ਉਹਨਾਂ ਨੂੰ ਜਿੱਦਾਂ ਖਾਣ ਪੀਣ ਨੂੰ ਨਹੀਂ ਸੀ ਮਿਲਦਾ, ਉਹਨਾਂ ਨੇ ਜਾਣਾ ਹੀ ਸੀਗਾ ਭਾਜੀ ਕਿਤੇ ਨਾ ਕਿਤੇ ਦਾ। ਫਿਰ ਉਹਨਾਂ ਨੇ ਸਟੈਪ ਚੱਕ ਲਿਆ। ਫਿਰ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਇਹਨਾਂ ਨੇ ਸਟੈਪ ਚੱਕ ਲਿਆ ਆ। ਤੁਹਾਡੇ ਭਰਾ ਨੂੰ ਕਦੋਂ ਲੈ ਕੇ ਗਿਆ ਸੀਗਾ ਇਹ ਏਜੰਟ ਤੇ ਕਿੰਨੇ ਪੈਸੇ ਲਏ ਸੀ ਉਸ ਵਕਤ? 2020 ਚ ਲੈ ਕੇ ਗਿਆ ਸੀ, 65,000 ਰੁਪਇਆ ਲਿਆ ਸੀਗਾ ਇਹਨੇ ਭਾਜੀ। ਸੋ ਕੀ ਕਹਿ ਕੇ ਤੁਹਾਡੇ ਭਰਾ ਨੂੰ ਲੈ ਕੇ ਜਾ ਗਿਆ ਸੀਗਾ ਵੀ ਮੈਂ ਉੱਥੇ ਵਰਕ ਪਰਮਿਟ ਤੇ ਲੈ ਕੇ ਗਿਆ ਸੀਗਾ ਜਾਂ ਇੱਕ ਵਿਜ਼ਟਰ ਵੀਜ਼ੇ ਦੇ ਉੱਤੇ, ਘੁੰਮਣ ਫਿਰਨ ਵਾਲੇ ਵੀਜ਼ੇ? ਨਹੀਂ, ਘੁੰਮਣ ਫਿਰਨ ਵਾਲੇ ਵੀਜ਼ੇ ਦੇ ਉੱਤੇ 15 ਦਿਨ ਦੀ ਐਂਟਰੀ ਦਿੱਤੀ ਸੀਗੀ ਉਹਨੂੰ। ਕਹਿੰਦਾ ਵੀ ਟੈਨਸ਼ਨ ਨਾ ਲਓ, ਇੱਧਰ ਕੋਈ ਇਦਾਂ ਦੀ ਗੱਲਬਾਤ ਨਹੀਂ, ਕਿਸੇ ਦੇ ਗੱਲ ਵਿੱਚ ਆਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਕਹਿੰਦਾ ਮੈਂ ਜ਼ਿੰਮੇਵਾਰ ਬੈਠਾ, ਜੇ ਕੋਈ ਗੱਲ ਵੀ ਹੋ ਗਈ ਮੈਂ ਜ਼ਿੰਮੇਵਾਰ ਆ, ਮੈਂ ਕੰਮ ਤੇ ਲਵਾਉਂਗਾ, 30,000 35,000 ਰੁਪਇਆ ਮਹੀਨਾ ਤੁਹਾਨੂੰ ਪਾਇਆ ਕਰੂਗਾ। ਸੋ ਤੁਹਾਡੀ ਆਖਰੀ ਵਾਰ ਕਦੋਂ ਗੱਲਬਾਤ ਤੁਹਾਡੇ ਭਰਾ ਨੇ ਨਾਲ ਹੋਈ ਆ ਤੇ ਕਦੋਂ ਉਹਨੇ ਦੱਸਿਆ ਕਿ ਮੈਂ ਇੱਕ ਵੱਡੀ ਮੁਸ਼ਕਲ ਦੇ ਵਿੱਚ ਇਸ ਟਾਈਮ ਹੈਗਾ? ਭਾਜੀ ਸਾਨੂੰ ਉਹਨਾਂ ਨੇ ਫੋਨ ਨਹੀਂ ਕੀਤਾ। ਜਦੋਂ ਅਸੀਂ ਫੋਨ ਕੀਤਾ, ਇਹਨੂੰ ਫੋਨ ਕੀਤਾ, ਅਸੀਂ 20 ਨੰਬਰਾਂ ਤੋਂ ਫੋਨ ਕੀਤਾ। ਹੁਣ ਏਜੰਟ ਨੂੰ ਸਾਨੂੰ ਸਾਰੇ ਪਾਸੇ ਬੰਦ ਕਰ ਦਿੱਤਾ ਨੇ, ਬਲੌਕ ਕਰ ਦਿੱਤਾ। ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਭੈਣ ਦੁਖੀ ਆ, ਜਿਨ੍ਹਾਂ ਦਾ ਭਰਾ ਇਸ ਟਾਈਮ ਮਲੇਸ਼ੀਆ ਦੀ ਜੇਲ੍ਹ ਦੇ ਵਿੱਚ ਹੈ। ਸੋ ਉਹਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਰਿਹਾ ਤੇ ਏਜੰਟ ਨਾਲ ਜੋ ਸੰਪਰਕ ਕੀਤਾ ਜਾ ਰਿਹਾ ਤੇ ਏਜੰਟ ਦਾ ਜਿਹੜਾ ਸਾਲਾ ਉਹ ਇਹਨਾਂ ਨੂੰ ਧਮਕੀਆਂ ਦੇ ਰਿਹਾ ਤੇ ਇਹਨਾਂ ਕੋਲੋਂ ਉਲਟਾ ਹੋਰ ਪੈਸੇ ਦੀ ਮੰਗ ਕਰ ਰਿਹਾ ਕਿ ਜੇ ਤੁਸੀਂ ਪੈਸੇ ਨਹੀਂ ਦਓਗੇ ਤੇ ਤੁਹਾਡੇ ਭਰਾ ਦਾ ਜਿਹੜਾ ਮਲੇਸ਼ੀਆ ਦੇ ਵਿੱਚ ਬੁਰਾ ਹਾਲ ਕਰਾ ਦਿਆਂਗਾ। ਸੋ ਇਹ ਤੁਹਾਡੇ ਨਾਲ ਜਦੋਂ ਗੱਲਬਾਤ ਜਿਹੜੀ ਆ ਉਹਦੇ ਏਜੰਟ ਦੇ ਸਾਲੇ ਨੇ ਕੀਤੀ ਤੇ ਕੀ ਕਹਿੰਦਾ ਉਹ ਤੁਹਾਨੂੰ? ਉਹ ਕਹਿੰਦਾ ਆਪੇ ਪੈਸੇ ਲਾ ਲਓ, ਘਰ ਵਾਲੀ ਵੀ ਤਾਂ ਉਹਦਾ ਸਾਲਾ ਵੀ ਤੇ ਉਹ ਵੀ ਇੱਦਾਂ ਕਹਿੰਦਾ ਸਾਬੀ ਵੀ ਜਿੱਦਾਂ ਏਜੰਟ ਵੀ ਕਹਿੰਦਾ ਤੁਸੀਂ ਰਿਪੋਰਟ ਵਾਪਸ ਲੈ ਲਓ, ਫੇਰ ਹੀ ਕਹਿੰਦਾ ਮੈਂ ਕਢਵਾਉਣਾ। ਜਦ ਤੱਕ ਤੂੰ ਰਿਪੋਰਟ ਵਾਪਸ ਨਹੀਂ ਲੈਂਦੀ ਕਹਿੰਦਾ ਮੈਂ ਕੋਈ ਸਟੈਪ ਨਹੀਂ ਚੱਕਣਾ। ਸੋ ਇਹਦੇ ਬਾਬਤ ਤੁਸੀਂ ਕਿਸ ਅਫਸਰ ਨੂੰ ਮਿਲੇ ਹੁਣ ਤੱਕ, ਕਿੱਥੇ ਸ਼ਿਕਾਇਤ ਕੀਤੀ ਹੈ? ਹਾਂਜੀ ਅਸੀਂ ਸ਼ਿਕਾਇਤ ਕੀਤੀ ਸੀਗੀ ਉੱਤੇ, ਜਲੰਧਰ ਹੀ ਕੀਤੀ ਸੀ ਇੱਥੇ। ਹਾਂਜੀ। ਸੋ ਕੀ ਤੁਹਾਨੂੰ ਰਿਸਪੌਂਸ ਰਿਹਾ ਜਿਹੜੇ ਪੁਲਿਸ ਅਧਿਕਾਰੀਆਂ ਦਾ? ਹਾਂਜੀ ਉਹਨਾਂ ਨੇ ਵੀ ਗੱਲਬਾਤ ਕੀਤੀ ਸੀ, ਉਹਨਾਂ ਦਾ ਮੈਂ ਨੰਬਰ ਦਿੱਤਾ, ਉਹਨਾਂ ਦਾ ਨੰਬਰ ਉਹਨਾਂ ਨੇ ਚੱਕ ਲਿਆ ਸੀਗਾ ਸਾਡੇ ਨਾਲ। ਜਦੋਂ ਅਸੀਂ ਫੋਨ ਕਰਦੇ ਸੀਗੇ ਉਹਨਾਂ ਨੇ ਰਿਪੋਰਟ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਭੇਜੀ ਵੀ, ਦੇਖ ਲਓ ਤੁਹਾਡੇ ਤੇ ਰਿਪੋਰਟ ਕੀਤੀ ਗਈ, ਉਹਨਾਂ ਦਾ ਮੁੰਡਾ ਦੱਸੋ ਕਿੱਥੇ ਆ। ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਹੈਗਾ ਇਸ ਗੱਲ ਦਾ। ਕਹਿੰਦਾ ਮੈਂ ਕੋਈ ਨਹੀਂ ਟੈਨਸ਼ਨ ਨਾ ਲਓ, ਮੈਂ ਦੇਖ ਕੇ ਤੁਹਾਨੂੰ ਦੱਸਦਾ ਵੀ ਮੁੰਡਾ ਕਿੱਥੇ ਆ। ਸੋ ਕਿੰਨੀ ਦੇਰ ਪਹਿਲਾਂ ਰਿਪੋਰਟ ਕੀਤੀ ਸੀ? ਅੱਜ ਤੁਸੀਂ ਦੁਬਾਰਾ ਰਿਪੋਰਟ ਕਰਨ ਵਾਸਤੇ ਆਏ ਹੋ, ਹੋਰ ਵੀ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਤੁਹਾਡੇ ਨਾਲ ਆਏ ਨੇ, ਪਹਿਲਾਂ ਕਦੋਂ ਰਿਪੋਰਟ ਕੀਤੀ ਸੀ ਜਿਹਦੇ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ? ਹਾਂਜੀ ਮਹੀਨਾ ਹੋ ਗਿਆ ਭਾਜੀ, ਪਹਿਲਾਂ ਵੀ ਰਿਪੋਰਟ ਕੀਤੀ ਸੀਗੀ। ਹਾਂਜੀ।
ਸੋ ਦੇਖ ਸਕਦੇ ਹਾਂ ਕਿ ਅਸੀਂ ਇਸ ਭੈਣ ਵੱਲੋਂ ਇਸ ਵਾਈਫ ਵੱਲੋਂ ਰਿਪੋਰਟ ਪਹਿਲਾਂ ਵੀ ਜਿਹੜੀ ਆ ਥਾਣੇ ਦੇ ਵਿੱਚ ਦਰਜ ਕੀਤੀ ਜਾ ਚੁੱਕੀ ਆ। ਉਹ ਜਲੰਧਰ ਦੇ ਸੀਨੀਅਰ ਅਫਸਰਾਂ ਤੱਕ ਵੀ ਰਿਪੋਰਟ ਕੀਤੀ ਗਈ ਆ, ਪਰ ਹੁਣ ਤੱਕ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। 1 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਵਾ ਉਹ ਨਿਕਲ ਚੁੱਕਿਆ ਤੇ ਦੁਬਾਰਾ ਅੱਜ ਫਿਰ ਇਹ ਸੀਨੀਅਰ ਪੁਲਿਸ ਕਪਤਾਨ ਨੂੰ ਜਿਹੜੇ ਉਹ ਮਿਲਣ ਵਾਸਤੇ ਆਏ ਨੇ। ਉਹਨਾਂ ਨੇ ਆਸ਼ਵਾਸਨ ਦਿੱਤਾ। ਸੋ ਰਿਪੋਰਟ ਦੀ ਕਾਪੀ ਜਿਹੜੀ ਹੈ ਉਹ ਵੀ ਇੱਥੇ ਕੋਲ ਹੈ। ਸੋ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੀ ਪਤਨੀ ਨਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸੋ ਕੀ ਤੁਹਾਨੂੰ ਕੀ ਕਹਿ ਕੇ ਤੁਹਾਡੇ ਘਰ ਵਾਲੇ ਨੂੰ ਬਾਹਰ ਲਿਜਾਇਆ ਗਿਆ ਸੀ? ਬਾਹਰ ਉਹਨਾਂ ਨੂੰ ਇਹ ਕਹਿ ਕੇ ਲਗਾਏ ਸੀ ਕਿ ਪਰਮਾਨੈਂਟ ਲਵਾਉਣਗੇ। ਉੱਧਰ ਜਾ ਕੇ ਉਹਨਾਂ ਦੀ ਕੋਈ ਵੀ ਖਬਰ ਨਹੀਂ ਲਈ ਸਾਬੀ ਨੇ ਵੀ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਹੈਗੇ। ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਤੁਹਾਡੇ ਘਰ ਵਾਲੇ ਨਾਲ? ਅੱਜ ਤੋਂ 2 ਮਹੀਨੇ ਪਹਿਲਾਂ। 2 ਮਹੀਨੇ ਪਹਿਲਾਂ। ਤੇ ਕੀ ਕਹਿੰਦਾ ਸੀ ਉਹ? ਉਹਨਾਂ ਨੇ ਦੱਸਿਆ ਨਹੀਂ ਸੀਗਾ ਵੀ ਕੋਈ ਪ੍ਰੋਬਲਮ 'ਚ ਆ ਉਸ ਟਾਈਮ। ਇਹ ਤਾਂ ਜਦੋਂ ਫੋਨ ਕਰਨ ਲੱਗੇ ਫਿਰ ਪਤਾ ਲੱਗਾ ਕਿ ਉਹ ਪ੍ਰੋਬਲਮ ਦੇ ਵਿੱਚ ਆ। ਕੀ ਤੁਹਾਨੂੰ ਅੱਜ ਤੱਕ 2 ਸਾਲ ਜਦੋਂ ਤੋਂ ਤੁਹਾਡਾ ਭਰਾ ਗਿਆ ਹੈਗਾ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਉਹਨਾਂ ਨੇ ਪੈਸਾ ਭੇਜਿਆ ਜਾਂ ਏਜੰਟ ਨੇ ਤੁਹਾਡੇ ਨਾਲ ਸੰਪਰਕ ਕੀਤਾ ਕਿ ਤੁਹਾਡਾ ਜਿਹੜਾ ਪਰਸਨ ਮੈਂ ਲੈ ਕੇ ਗਿਆ ਵਾਂ ਬਹੁਤ ਸੁੱਖ ਸ਼ਾਂਤ ਹੈ, ਕਿਸੇ ਦੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ? ਨਹੀਂ, ਉੱਧਰ ਜਾ ਕੇ ਭਾਜੀ ਕੋਈ ਵੀ ਸੈਲਰੀ ਨਹੀਂ ਟਾਈਮ ਸਿਰ ਮਿਲੀ ਉਹਨਾਂ ਨੂੰ। ਕੋਈ ਹਾਲ ਨਾਲ ਪੈਸਾ ਨਹੀਂ ਆਇਆ ਸਾਨੂੰ। ਇਹ ਕਹਿੰਦਾ ਸੀ ਕਿ ਮੈਂ ਆਪਣੇ ਕੋਲ ਰੱਖੂੰਗਾ, ਕੋਲ ਵੀ ਨਹੀਂ ਰੱਖਿਆ ਉਹਨਾਂ ਨੂੰ। ਉਹਨਾਂ ਨੂੰ ਸਿਰਫ 1 ਮਹੀਨਾ ਹੀ ਰੱਖਿਆ। ਬਾਅਦ ਜਾਣੀ ਉਹਨਾਂ ਦੀ ਕੋਈ ਖਬਰ ਨਹੀਂ ਲਈ ਕਿੱਥੇ ਹੈਗੇ ਆ ਕਿੱਥੇ ਨਹੀਂ ਹੈਗੇ। ਤੇ ਤੁਸੀਂ ਏਜੰਟ ਨਾਲ ਸੰਪਰਕ ਸਾਧਣ ਦੀ ਕੋਈ ਕੋਸ਼ਿਸ਼ ਕੀਤੀ ਜਾਂ ਉਹਦੇ ਪਰਿਵਾਰ ਉਹ ਏਜੰਟ ਇੱਥੇ ਹੈ ਇਸ ਟਾਈਮ ਜਾਂ ਉਹ ਵੀ ਮਲੇਸ਼ੀਆ ਦੇ ਵਿੱਚ ਹੀ ਹੈ? ਮਲੇਸ਼ੀਆ ਦੇ ਵਿੱਚ ਆ, ਉਹ ਉੱਧਰ ਆ ਉਹਨਾਂ ਦੇ ਕੋਲ। ਤਾਂ ਵਾਈਫ ਉਹਦੀ ਇੱਧਰ ਆ। ਉਹ ਕਹਿੰਦੀ ਮੈਂ ਕੋਈ ਵੀ ਗਾਰੰਟੀ ਨਹੀਂ ਚੱਕਦੀ ਹੈਗੀ ਇਹਦੀ ਸਾਬੀ ਦੀ ਆਪਣੇ ਹਸਬੈਂਡ ਦੀ ਵੀ ਮੈਨੂੰ ਨਹੀਂ ਪਤਾ ਹੈਗਾ ਵੀ ਉਹ ਕੀ ਕਰਦਾ ਕੀ ਨਹੀਂ ਕਰਦਾ। ਉਹ ਗੱਲ ਨਹੀਂ ਸੁਣਦੀ ਪਈ ਹੁਣ ਸਾਡੀ। ਸੋ ਜਿਹੜੀ ਹੁਣ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ ਇੱਕ ਰਿਕਾਰਡਿੰਗਸ ਵੀ ਹੈਗੀਆਂ ਨੇ ਤੁਹਾਡੇ ਜਿਹੜੀ ਨਨਾਣ ਉਹਨਾਂ ਦੇ ਕੋਲ ਕਿ ਏਜੰਟ ਦੇ ਸਾਲੇ ਨੇ ਧਮਕੀਆਂ ਦਿੱਤੀਆਂ ਨੇ, ਕੀ ਕਹਿ ਰਹੇ ਨੇ ਉਹ ਬਹੁਤ ਗਲਤ ਬੋਲਿਆ ਕਿ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਕੋਈ ਵੀ ਗਾਰੰਟੀ ਨਹੀਂ ਚੱਕਦਾ। ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਕੋਈ ਜ਼ਿੰਮੇਵਾਰੀ ਨਹੀਂ ਚੱਕਣੀ ਹੈਗੀ, ਅਸੀਂ ਡਰਦੇ ਨਹੀਂ ਹੈਗੇ ਤੁਹਾਡੇ ਤੋਂ। ਇੱਦਾਂ ਗਲਤ ਬੋਲਿਆ ਬਹੁਤ ਜ਼ਿਆਦਾ। ਸੋ ਗੱਲਬਾਤ ਕਰਦੇ ਆ ਕਿਉਂਕਿ ਭੈਣ ਨੇ ਫੋਨ ਤੋਂ ਕਿੰਨੀ ਵਾਰ ਭੈਣ ਜੀ ਤੁਸੀਂ ਫੋਨ ਕੀਤਾ ਵਾ ਏਜੰਟ ਜਾਂ ਏਜੰਟ ਦੇ ਜਿਹੜੇ ਪਰਿਵਾਰਕ ਮੈਂਬਰ ਨੇ, ਘਰ ਵਾਲੀ ਜਾਂ ਉਹਦਾ ਸਾਲਾ? ਭਾਜੀ ਅਸੀਂ ਬਹੁਤ ਵਾਰ ਫੋਨ ਕੀਤਾ ਏਜੰਟ ਨੂੰ। ਅਸੀਂ 20 ਨੰਬਰਾਂ ਤੋਂ ਕਾਲ ਫੋਨ ਕਰ ਚੁੱਕੇ। ਜਿਹੜੇ ਨੰਬਰ ਤੋਂ ਉਹਨੂੰ ਫੋਨ ਕਰਦੇ ਸੀ ਉਸੇ ਨੰਬਰ ਤੋਂ ਬਲੌਕ ਕਰ ਦਿੰਦਾ ਸੀਗਾ ਸਾਨੂੰ। ਅਸੀਂ ਬਹੁਤ ਫੋਨ ਕੀਤਾ। ASI ਸਾਹਿਬ ਨੇ ਕੀਤਾ ਸੀਗਾ। ਉਹਨਾਂ ਨੇ ਫਿਰ ਉਹਨਾਂ ਦਾ ਨੰਬਰ ਉਹਨਾਂ ਨੇ ਚੱਕ ਲਿਆ ਵੀ ਹਾਂ ਕਹਿੰਦੇ ਵੀ ਲੱਭਦਾ ਆ ਮੈਂ ਮੁੰਡੇ ਨੂੰ। ਉਹਨੇ ਕੋਈ ਬਾਅਦ ਵਿੱਚ ਉਹਨਾਂ ਨੇ ਵੀ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਵੀ। ਤੇ ਫਿਰ ਬਾਅਦ ਵਿੱਚ ਉਹ ਵੀ ਵਿਚਾਰੇ ਥੱਕ ਹਾਰ ਕੇ ਬਹਿ ਗਏ ਵੀ ਹੁਣ ਉਹ ਹੈਗਾ ਬਾਹਰ ਵੀ ਹੁਣ ਕਿੱਦਾਂ ਕਰ ਸਕਦੇ ਆ। ਤੇ ਇਹਨਾਂ ਨੇ ਫਿਰ ਜਿੱਦਾਂ ਘਰ ਵਾਲੀ ਨੇ ਮੈਨੂੰ ਧਮਕੀਆਂ ਦਿੱਤੀਆਂ, ਕਹਿੰਦੀ ਜੋ ਕਰਨਾ, ਕਹਿੰਦੀ ਜਿੱਥੇ ਜਾਣਾ ਮੀਡੀਆ ਬੁਲਾਉਣਾ ਮੀਡੀਆ ਬੁਲਾਓ, ਜੋ ਕਰਨਾ ਕਰੋ, ਮੇਰੇ ਕੋਲ ਰਿਕਾਰਡਿੰਗਾਂ ਆ। ਕਹਿੰਦੀ ਰਿਕਾਰਡਿੰਗ ਦੇ ਵਿੱਚ ਜਿਹੜਾ ਵਾ ਉਹ ਕੀ ਗੱਲਬਾਤ ਕਰਦਾ, ਕੀ ਕਹਿੰਦਾ ਹੈ? ਉਹਦੀ ਘਰ ਵਾਲੀ ਨੇ ਕਿਹਾ ਕਹਿੰਦੀ ਮੇਰੇ ਕੋਲ ਜੋ ਕਰਨਾ ਕਰੋ, ਕਹਿੰਦੀ ਮੈਨੂੰ ਕੋਈ ਮਤਲਬ ਨਹੀਂ, ਕਹਿੰਦੀ ਮੇਰੇ ਪੈਸੇ ਅਕਾਊਂਟ ਵਿੱਚ ਪਾਏ, ਮੈਨੂੰ ਨਹੀਂ ਪਤਾ ਕਿਹਦੇ ਪਾਏ ਕਿਹਦੇ ਨੇ, ਮੇਰੇ ਨਹੀਂ ਕਹਿੰਦੀ ਅਕਾਊਂਟ ਵਿੱਚ ਕੋਈ ਪੈਸਾ ਆਇਆ। ਕਹਿੰਦੀ ਮੈਨੂੰ ਕੋਈ, ਕਹਿੰਦੀ ਸਾਬੀ ਇੱਥੇ ਕਹਿੰਦੀ ਟੀਨਾ ਪਾ ਕੇ ਬੈਠਾ ਆ, ਕਹਿੰਦੀ ਸਾਬੀ ਨੇ ਕਹਿੰਦੀ ਇੱਥੇ ਮਹਿਲ ਨਹੀਂ ਛੱਤ ਲੈ। ਤਾਂ ਮੈਂ ਕਿਹਾ ਫਿਰ ਉਹਨੇ ਬੁਲਾਇਆ ਹੀ ਕਾਹਤੋਂ ਸੀਗਾ? ਮੈਂ ਕਿਹਾ ਸਾਨੂੰ ਦੱਸ ਦਿੰਦਾ। ਕਹਿੰਦੀ ਉਹ ਤਾਂ ਖੁਦ ਕੱਚਾ ਆ। ਮੈਂ ਕਿਹਾ ਵੀ ਸਾਨੂੰ ਇਹਦੇ ਨਾਲ ਮਤਲਬ ਨਹੀਂ, ਉਹਨੇ ਕਿਉਂ ਬੁਲਾਇਆ ਸੀ? ਕਹਿੰਦਾ ਕਿਉਂ ਸੀ, ਮੈਂ ਤੈਨੂੰ ਵਰਕ ਪਰਮਿਟ ਦਵਾ ਦੂੰਗਾ, ਟੈਨਸ਼ਨ ਨਾ ਲਓ। ਤੁਸੀਂ ਜਿਹੜੇ ਪੈਸੇ ਦਿੱਤੇ ਸੀ ਏਜੰਟ ਨੂੰ ਉਸ ਟਾਈਮ ਕੈਸ਼ ਪੈਸੇ ਦਿੱਤੇ ਸੀ ਜਾਂ ਖਾਤੇ 'ਚ ਦਿੱਤੇ ਸੀ ਜਾਂ ਕੋਈ ਚੈੱਕ ਰਾਹੀਂ ਦਿੱਤੇ? ਨਹੀਂ ਖਾਤੇ ਵਿੱਚ ਪਾਏ ਸੀਗੇ। ਖਾਤੇ ਵਿੱਚ ਪਾਏ ਸੀ। ਉਹ ਖਾਤਾ ਕਿਹਦਾ ਸੀ? ਹਾਂਜੀ ਉਹ ਸੰਦੀਪ ਕੁਮਾਰ ਦਾ ਖਾਤਾ ਸੀਗਾ। ਉਹਨਾਂ ਦੇ ਜੋਤੀ ਨਾਮ ਤੇ ਸੀ, ਇਹਨਾਂ ਦੇ ਜੋਤੀ ਨਾਮ ਜੋ ਇਹਦਾ ਘਰ ਵਾਲੀ ਦਾ ਨਾਮ ਆ ਹਰਜਿੰਦਰ ਸਿੰਘ, ਜੋਤੀ ਦੇ ਨਾਮ ਤੇ ਪੈਸੇ ਪਾਏ ਸੀ। ਸਾਡੇ ਕੋਲ ਕਾਪੀ ਵੀ ਹੈ, ਸਾਰਾ ਕੁਝ ਹੀ ਆ। ਸੋ ਉਹ ਰਿਕਾਰਡ ਦੀ ਜਿਹੜੀ ਆ ਸਾਰੀਆਂ ਡਿਟੇਲਸ ਤੁਸੀਂ ਪੁਲਿਸ ਕਪਤਾਨ ਸਾਹਿਬ ਨੂੰ ਦਿੱਤੀਆਂ ਨੇ ਜਾਂ ਜਿਹੜੀਆਂ ਰਿਕਾਰਡਿੰਗਸ ਨੇ ਉਹ ਤੁਸੀਂ ਦਿੱਤੀਆਂ ਨੇ ਅੱਜ? ਹਾਂਜੀ। ਸੋ ਕੀ ਕਹਿੰਦੇ ਨੇ ਇਹ? ਦੇਖੋ ਹੁਣ ਕਾਰਵਾਈ ਕਰਦੇ ਆ ਕਹਿੰਦੇ। ਸੋ ਤੁਹਾਡੀ ਮੰਗ ਕੀ ਆ ਪ੍ਰਸ਼ਾਸਨ ਤੋਂ, ਸਰਕਾਰ ਤੋਂ ਕੀ ਮੰਗ ਹੈ ਇਸ ਵਕਤ? ਸਾਡੀ ਮੰਗ ਇਹੀ ਆ ਕਿ ਸਾਡੇ ਭਰਾ ਨੂੰ ਲਿਆਂਦਾ ਜਾਵੇ ਤਾਂ ਜਿਹੜੇ ਇਦਾਂ ਦੇ ਏਜੰਟ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ। ਸੋ ਦੇਖ ਸਕਦੇ ਹਾਂ ਕਿ ਇੱਕ ਪਰਿਵਾਰ ਕਿੰਨਾ ਦੁਖੀ ਆ ਤੇ ਛੋਟੇ ਬੱਚੇ ਨੇ। ਸੋ ਜਿਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਆ। ਇੱਕ ਹੀ ਆਸ ਸੀਗੀ, ਇੱਕ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਮੈਂਬਰ ਹੈ। 3 ਭੈਣਾਂ ਨੇ, ਇੱਕ ਪਤਨੀ ਆ, 2 ਬੱਚੇ ਨੇ ਤੇ ਮਾਂ ਬਿਮਾਰ ਹੈ। ਸੋ ਉਹਨਾਂ ਦੀ ਰੋਜ਼ੀ ਰੋਟੀ ਦਾ ਜਿਹੜੀ ਜ਼ਿੰਮੇਵਾਰੀ ਕਿਹਦੀ ਹੈ? ਸੋ ਇਸ ਵਕਤ ਉਹ ਭਰਾ ਮਲੇਸ਼ੀਆ ਦੀ ਜੇਲ੍ਹ ਵਿੱਚ ਹੈ। ਸੋ ਜਿਹਦੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾ ਰਿਹਾ। ਸੋ ਇਸ ਪਰਿਵਾਰ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਵੀ ਨਾਲ ਆਏ ਨੇ। ਸੋ ਉਹਨਾਂ ਦੀ ਗੱਲਬਾਤ ਸੁਣਨ ਵਾਸਤੇ ਤੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡੇ ਨਾਲ ਇਹਨਾਂ ਨੇ ਕਦੋਂ ਸੰਪਰਕ ਕੀਤਾ ਤੇ ਕੀ ਤੁਸੀਂ ਅੱਜ ਇਹਨਾਂ ਦੀ ਹੈਲਪ ਕਰਨ ਵਾਸਤੇ? ਦੇਖੋ ਇਹ ਥੋੜੇ ਦਿਨ ਪਹਿਲਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਸੰਪਰਕ 'ਚ ਆਏ ਆ ਔਰ ਇਹਨਾਂ ਨੇ ਅੱਜ ਕੱਲ੍ਹ ਸਾਡੇ ਨਾਲ ਮੀਟਿੰਗ ਵੀ ਕੀਤੀ ਹੈ ਔਰ ਇਹਨਾਂ ਨੇ ਆਪਣਾ ਜਿਹੜਾ ਪਰਿਵਾਰ ਦਾ ਸਾਰਾ ਦੁੱਖ ਸਾਡੇ ਨਾਲ ਸਾਂਝਾ ਕੀਤਾ ਔਰ ਸਾਨੂੰ ਲੱਗਾ ਕਿ ਯਾਰ ਇੱਕ ਪਰਿਵਾਰ ਨਾਲ ਸ਼ਰੇਆਮ ਧੱਕਾ ਹੋ ਰਿਹਾ ਔਰ ਇਹਦੇ ਨਾਲ ਇਹਨਾਂ ਨਾਲ ਅੱਜ ਪਰਿਵਾਰ ਦੇ ਗਰੀਬ ਪਰਿਵਾਰ ਹੈ, ਇਹਨਾਂ ਨਾਲ ਪੂਰੀ ਸਾਡੀ ਭਾਰਤੀ ਜਨਤਾ ਪੰਜਾਬ ਦੀ ਖੜੀ ਹੈ ਔਰ ਇਹਨਾਂ ਦੀ ਜਿਹੜਾ ਪੂਰਾ ਇਨਸਾਫ ਦਿਵਾਵਾਂਗੇ। ਸੋ ਜਿਸ ਤਰੀਕੇ ਨਾਲ ਇਹ ਪਰਿਵਾਰ ਜਿਹੜਾ ਵਾ ਸ਼ਾਇਦ SC ਪਰਿਵਾਰ ਹੈਗਾ।
ਸੋ ਇਸ ਟਾਈਮ ਤਾਂ ਸਾਡੇ ਸਗੋਂ ਚੇਅਰਮੈਨ ਜਿਹੜੇ ਨੇ ਵਿਜੇ ਸਾਂਪਲਾ ਜੀ ਬਣੇ ਹੋਏ ਨੇ, ਸੋ ਕੀ ਉਹਨਾਂ ਤੱਕ ਵੀ ਇਸ ਚੀਜ਼ ਦੀ ਜਾਣਕਾਰੀ ਭੇਜੀ ਗਈ ਹੈ? ਕਿਉਂਕਿ ਇਸ ਟਾਈਮ ਸੈਂਟਰ ਦੀ ਗਵਰਨਮੈਂਟ ਦੀ ਗੱਲ ਕਰੀਏ ਤੇ ਜਿਹੜੇ ਮੰਤਰੀ ਵੀ ਨੇ ਉਹ ਬੀਜੇਪੀ ਦੇ ਨੇ, ਤੇ ਮੇਰੇ ਖਿਆਲ ਨਾਲ ਇਹ ਬਹੁਤ ਘੱਟ ਸਮੇਂ ਦੇ ਵਿੱਚ ਪ੍ਰੋਬਲਮ ਸੋਲਵ ਹੋ ਸਕਦੀ ਹੈ। ਤੇ ਇਹੋ ਜਿਹੇ ਜਿਹੜੇ ਏਜੰਟ ਨੇ ਜਿਹੜੇ ਆਮ ਲੋਕਾਂ ਨੂੰ, ਪੰਜਾਬੀਆਂ ਨੂੰ ਗੁੰਮਰਾਹ ਕਰਕੇ ਬਹਿਲਾਫ ਚਲਾ ਕੇ ਬਾਹਰ ਲੈ ਕੇ ਜਾਂਦੇ ਨੇ ਵੱਧ ਕਮਾਈ ਦੇ ਸਾਧਨਾਂ ਦੇ ਵਿੱਚ, ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਉੱਥੇ ਤੜਫਣਾ ਪੈਂਦਾ, ਕਿਉਂਕਿ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਹੋ ਚੁੱਕਿਆ। ਤੇ ਇਹਦੇ ਤੇ ਕੋਈ ਕੜੇ ਕਦਮ ਚੱਕਣ ਵਾਸਤੇ ਕੀ ਬੀਜੇਪੀ ਜਾਂ ਉਹਨਾਂ ਦੇ ਜਿਹੜੇ ਅਫਸਰਸ ਨੇ ਜਾਂ ਮਿਨਿਸਟਰਸ ਨੇ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ? ਬਿਲਕੁਲ ਸਰ, ਬਿਲਕੁਲ। ਇਹ ਜਿਹੜਾ ਇਹਨਾਂ ਦਾ ਜਿਹੜਾ ਮਾਮਲਾ ਹੈਗਾ, ਅੱਜ ਅਸੀਂ ਐਸਐਸਪੀ ਦੇ ਹੱਥੀ ਨੂੰ ਮਿਲੇ ਹਾਂ ਔਰ ਇਹਨਾਂ ਨੇ ਪੂਰਾ ਪਰਿਵਾਰ ਨੂੰ ਇਹਨਾਂ ਨੂੰ ਸ਼ਵਾਸ਼ਨ ਦਵਾਇਆ ਹੈਗਾ ਕਿ ਪਹਿਲੇ ਨੰਬਰ ਤੇ ਜਿਹੜੇ ਏਜੰਟ ਔਰ ਉਹਨਾਂ ਦੀ ਵਾਈਫ ਹੈਗੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ, ਉਹਨਾਂ ਨੂੰ ਜਿਹੜੀ ਸਾਡੇ ਸਾਹਮਣੇ ਜਿਹੜੀ ਦਰਖਾਸਤ ਆ ਡੀਐਸਪੀ ਸਾਹਿਬ ਨੂੰ ਮਾਰਕ ਕਰ ਦਿੱਤੀ ਹੋਈ ਹੈ। ਉਹ ਡੀਐਸਪੀ ਸਾਹਿਬ ਨੇ ਇਹਨਾਂ ਨੂੰ ਆਪਣੇ ਕੋਲ ਬੁਲਾ ਕੇ ਇਹਨਾਂ ਦੀ ਗੱਲਬਾਤ ਸੁਣ ਲਈ। ਦੂਸਰੇ ਨੰਬਰ ਤੇ ਜਿਹੜੇ ਏਜੰਟਾਂ ਦੀ ਗੱਲ ਕਰਦੀ ਆ, ਹਮੇਸ਼ਾ ਹੀ ਸਰਕਾਰ ਵੀ ਔਰ ਸਾਡੀ ਭਾਰਤੀ ਜਨਤਾ ਪਾਰਟੀ ਵੀ ਉਹਨਾਂ ਏਜੰਟਾਂ ਦੇ ਖਿਲਾਫ ਹੈ ਜਿਹੜਾ ਗਰੀਬ ਲੋਕਾਂ ਔਰ ਭੋਲੇ ਭਾਲੇ ਲੋਕਾਂ ਨੂੰ ਬਾਹਰ ਉਸਲਾ ਕੇ ਲੈ ਜਾਂਦੇ ਹੈਗੇ ਆ, ਪਰ ਉੱਥੇ ਜਾ ਕੇ ਝਾਂਸਾ ਦੇ ਕੇ ਛੱਡ ਦਿੰਦੇ। ਔਰ ਕਈ ਪਰਿਵਾਰ ਹੈਗੇ ਜੇਲ੍ਹਾਂ ਵਿੱਚ ਵੀ ਹੈ, ਦੁਬਈ 'ਚ ਫਸੇ, ਕੋਈ ਕੁੜੀਆਂ ਦੁਬਈ 'ਚ ਫਸੀਆਂ ਹੋਈਆਂ। ਅਸੀਂ ਪਹਿਲਾਂ ਵੀ ਅਸੀਂ ਇਹਨਾਂ ਦੇ ਸਾਡੇ ਸਟੈਪ ਚੁੱਕੇ ਔਰ ਉਹਨਾਂ ਕੁੜੀਆਂ ਨੂੰ ਵੀ ਅਸੀਂ ਉੱਥੋਂ ਛੁਡਾਇਆ ਹੈਗਾ। ਜੇ ਅੱਜ ਇਹਨਾਂ ਦਾ ਭਰਾ ਮਲੇਸ਼ੀਆ ਦੇ ਵਿੱਚ ਫਸਿਆ ਜੇਲ੍ਹ 'ਚ ਹੈਗਾ, ਉਹਨਾਂ ਵਾਸਤੇ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਡੇ ਵੱਲੋਂ ਵਿਜੇ ਸਾਂਪਲਾ ਜੀ ਨੂੰ ਚੇਅਰਮੈਨ ਨੈਸ਼ਨਲ ਲਾਇਆ ਹੋਇਆ ਆ, ਮੈਂ ਲੈਟਰ ਉਹਨਾਂ ਨੂੰ ਦਿੱਤਾ ਹੋਇਆ ਕੱਲ ਰਾਤੀ, ਉਹਨਾਂ ਦੇ ਧਿਆਨ 'ਚ ਵੀ ਦਿੱਤਾ ਹੋਇਆ ਵਿਜੇ ਸਾਂਪਲਾ ਜੀ। ਅਸੀਂ ਦੇਖਦੇ ਹਾਂ ਕਿ ਵਿਜੇ ਸਾਂਪਲਾ ਜੀ ਜਿਹੜੇ ਨੇ ਆਨਰੇਬਲ ਚੇਅਰਮੈਨ ਨੇ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ, ਉਹਨਾਂ ਨੂੰ ਵੀ ਜਿਹੜੀ ਹੈ ਕਿ ਚਿੱਠੀ ਜਿਹੜੀ ਹੈ ਲਿਖੀ ਗਈ ਹੈ ਪਰਿਵਾਰ ਵੱਲੋਂ। ਤੇ ਦੂਸਰੀ ਜਿਹੜੀ ਚਿੱਠੀ ਹੈਗੀ ਆ ਕਿ ਜਿਹੜੇ ਜੇ ਸ਼ੰਕਰ ਜੀ ਜਿਹੜੇ ਨੇ ਜਿਹੜੇ ਮਿਨਿਸਟਰ ਨੇ ਆਨਰੇਬਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ, ਉਹਨਾਂ ਨੂੰ ਵੀ ਲਿਖੀ ਜਾ ਚੁੱਕੀ ਹੈ। ਸੋ ਇਸ ਤੋਂ ਇਲਾਵਾ ਜਿਹੜੇ ਪਰਿਵਾਰ ਵੱਲੋਂ ਜਿਹੜੇ ਉੱਥੋਂ ਦੇ ਦੂਤਾਵਾਸ ਨੇ ਇੰਡੀਆ ਦੇ ਮਲੇਸ਼ੀਆ ਦੇ ਵਿੱਚ, ਉਹਨਾਂ ਨਾਲ ਵੀ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਪਰਿਵਾਰ ਦਾ ਵਿਛੜਿਆ ਹੋਇਆ ਜਿਹੜਾ ਮੈਂਬਰ ਆ ਇਹਨਾਂ ਤੱਕ ਪਹੁੰਚ ਸਕੇ ਤੇ ਜਿਹੜੇ ਏਜੰਟ ਨੇ ਉਹਨਾਂ ਦੇ ਉੱਤੇ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋ ਸਕੇ, ਤਾਂ ਜੋ ਹੋਰ ਕਿਸੇ ਪੰਜਾਬੀ ਵੀਰ ਭੈਣ ਭਰਾ ਦੇ ਨਾਲ ਇਸ ਤਰ੍ਹਾਂ ਦੀ ਜਿਹੜੀਆਂ ਹਰਕਤਾਂ ਨਾ ਹੋਣ। ਸੋ ਇਹਦੇ ਲਈ ਹੁਣ ਤੁਹਾਨੂੰ ਜਿਹੜੇ ਐਸਐਸਪੀ ਸਾਹਿਬ ਨੇ ਉਹਨਾਂ ਨੇ ਕਦ ਤੱਕ ਕਾਰਵਾਈ ਕਰਨ ਦੀ ਦੱਸਿਆ ਕਿ ਕਦੋਂ ਤੱਕ ਇਹਨਾਂ ਦਾ ਭਰਾ ਜਿਹੜਾ ਵਾ ਇਹਨਾਂ ਕੋਲ ਵਾਪਸ ਪਹੁੰਚ ਜਾਏਗਾ ਤੇ ਏਜੰਟ ਤੇ ਕਾਰਵਾਈ ਹੋ ਜਾਏਗੀ? ਦੇਖੋ, ਸਭ ਤੋਂ ਪਹਿਲਾਂ ਉਹਨਾਂ ਨੇ ਅੱਜ ਸ਼ਾਮ ਤੱਕ ਹੀ ਸਾਨੂੰ ਕਿਹਾ ਹੈਗਾ ਕਿ ਤੁਸੀਂ ਵੇਟ ਕਰੋ, ਆਪਾਂ ਸ਼ਾਮ ਤੱਕ ਇਹ ਜਿਹੜੀ ਨਕੋਦਰ ਤੋਂ ਇਨਫੋਰਮੇਸ਼ਨ ਇਹਦੀ ਸਾਰੀ ਮੰਗਾਵਾਂਗੇ ਪੂਰੀ ਪਰਿਵਾਰ ਦੀ, ਔਰ ਉਹਨਾਂ ਨੂੰ ਇੱਕ ਨੋਟਿਸ ਦੇਣ ਤੇ ਜ਼ਰੂਰ ਬੁਲਾਵਾਂਗੇ ਇੱਥੇ, ਔਰ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਹੈਗਾ ਇਹ ਮਸਲਾ ਪਹਿਲਾਂ ਹੱਲ ਕੀਤਾ ਜਾਊਗਾ ਪਹਿਲ ਦੀ ਤੌਰ ਤੇ। ਸੋ ਜਿਸ ਤਰੀਕੇ ਨਾਲ ਹੁਣ ਇਹਨਾਂ ਦੇ ਪਰਿਵਾਰ ਦਾ ਸਾਧਨ ਜਿਹੜਾ ਵਾ ਰੋਜੀ ਰੋਟੀ ਦਾ ਕੋਈ ਨਹੀਂ ਹੈ, ਤੇ ਕੀ ਇਸ ਤਰ੍ਹਾਂ ਦੀ ਕੋਈ ਵੀ ਮਦਦ ਜਿਹੜੀ ਆ ਉਹ ਤੁਹਾਡੀ ਪਾਰਟੀ ਵੱਲੋਂ ਜਾਂ ਕਿਸੇ ਵੀ ਸੰਸਥਾ ਵੱਲੋਂ ਕੀਤੀ? ਕਿਉਂਕਿ ਦੇਖ ਸਕਦੇ ਹਾਂ ਕਿ ਪਰਿਵਾਰ 'ਚ ਛੋਟੇ ਛੋਟੇ ਬੱਚੇ ਨੇ, ਇਹ 3 ਫੀਮੇਲਸ ਹੀ ਨੇ ਤੇ ਉੱਤੋਂ ਮਾਂ ਬਿਮਾਰ ਹੈ। ਸੋ ਇਸ ਤਰ੍ਹਾਂ ਦੀ ਵੀ ਕੋਈ ਸਪੋਰਟ ਜਿਹੜੀ ਆ ਤੁਹਾਡੀ ਪਾਰਟੀ ਜਾਂ ਤੁਹਾਡਾ ਜਿਹੜਾ ਇਹ ਕਮਿਸ਼ਨ ਕਰੇਗਾ? ਬਿਲਕੁਲ ਸਰ, ਬਿਲਕੁਲ। ਮੇਰੀ ਸਾਂਪਲਾ ਜੀ ਨਾਲ ਗੱਲ ਵੀ ਹੋਈ ਆ ਔਰ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਸਾਡਾ ਅੰਬੇਦਕਰ ਫਾਊਂਡੇਸ਼ਨ ਹੈਗਾ ਐਸੀਆਂ ਵਾਸਤੇ, ਉਹਨਾਂ ਦੇ ਵਿੱਚੋਂ ਜਿੰਨਾ ਵੀ ਇਹਨਾਂ ਦੇ ਪਰਿਵਾਰ ਦੀ ਮਦਦ ਹੈ ਪਹਿਲ ਦੇ ਤੌਰ ਤੇ ਕੀਤੀ ਜਾਊਗੀ, ਔਰ ਜਿਹੜੇ ਇਹਨਾਂ ਦੀ ਮਾਤਾ ਦਾ ਇਲਾਜ ਹੈ ਉਹ ਸਾਡੇ ਵੱਲੋਂ ਫ੍ਰੀ ਕੀਤਾ ਜਾਊਗਾ। ਸੋ ਬਿਲਕੁਲ ਦੇਖ ਸਕਦੇ ਹਾਂ ਕਿ ਬੀਜੇਪੀ ਦੇ ਆਗੂ ਜਿਹੜੇ ਨੇ ਅੱਗੇ ਵੱਧ ਕੇ ਆਏ ਨੇ ਤੇ ਇੱਕ ਆਪਣਾ ਬਣਦਾ ਫਰਜ਼ ਜਿਹੜਾ ਵਾ ਉਹ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਪਰਿਵਾਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਆ, ਅੱਜ ਪਰਿਵਾਰ ਦੇ ਵਿੱਚ ਕੋਈ ਮੇਲ ਮੈਂਬਰ ਨਾ ਹੋਵੇ ਤਾਂ ਜਵਾਨ ਧੀਆਂ ਘਰ ਦੇ ਵਿੱਚ ਹੋਣ ਤਾਂ ਹਮੇਸ਼ਾ ਹੀ ਸੈਂਸਾ ਲੱਗਿਆ ਰਹਿੰਦਾ। ਪਰਿਵਾਰ ਜਿਹੜਾ ਵਾ ਇਸ ਟਾਈਮ ਇੱਕ ਦੁੱਖ ਦੀ ਘੜੀ ਦੇ ਵਿੱਚੋਂ ਨਿਕਲ ਰਿਹਾ ਵਾ। ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਆਸ ਹੈ ਕਿ ਸਾਡੇ ਪਾਪਾ ਜੀ ਬਾਹਰ ਗਏ ਨੇ ਐਂਡ ਕੁਝ ਕਮਾ ਕੇ ਲਿਆਉਣਗੇ, ਤੇ ਮੇਰੇ ਖਿਆਲ ਨਾਲ ਬੱਚਿਆਂ ਨੇ ਸ਼ਾਇਦ ਆਪਣੇ ਪਾਪੇ ਨੂੰ ਦੇਖਿਆ ਵੀ ਨਾ ਹੋਵੇ, ਬਹੁਤ ਛੋਟੇ ਨੇ, ਤੇ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਜਿਹੜੀ ਦੁੱਖ ਦੀ ਘੜੀ ਦੇ ਵਿੱਚੋਂ ਪਰਿਵਾਰ ਗੁਜ਼ਰ ਰਿਹਾ। ਸੋ ਇਹਨਾਂ ਏਜੰਟਾਂ ਨੂੰ ਕਦੋਂ ਨੱਥ ਪਵੇਗੀ ਇਹ ਸਮਾਂ ਦੱਸੇਗਾ, ਤੇ ਇਹਨਾਂ ਦੇ ਉੱਤੇ ਕਦੋਂ ਕਾਨੂੰਨੀ ਕਾਰਵਾਈ ਜਿਹੜੇ ਕੜੇ ਸਕੰਜੇ ਹੋਣਗੇ, ਕਿਉਂਕਿ ਜ਼ਿਆਦਾਤਰ ਸਾਡੇ ਪੰਜਾਬੀ ਜਿਹੜੇ ਨੇ, ਕਿਉਂਕਿ ਜਿਹੜੇ ਗਰੀਬ ਪਰਿਵਾਰਾਂ ਨਾਲ ਬਿਲੋਂਗ ਕਰਦੇ ਨੇ, ਉਹ ਬਾਹਰ ਕਮਾਈ ਕਰਨ ਵਾਸਤੇ ਜਾਂਦੇ ਨੇ, ਪਰ ਇਹੋ ਜਿਹੇ ਏਜੰਟਾਂ ਦੇ ਹੱਥੇ ਚੜ ਕੇ ਉਹਨਾਂ ਨਾਲ ਜੋ ਕੁਝ ਉੱਥੇ ਹੁੰਦਾ, ਜੋ ਪਰਿਵਾਰ ਨੇ ਕਮਾਉਣਾ ਤਾਂ ਕੀ ਆ, ਇੱਥੋਂ ਵੀ ਵੇਚ ਵਟ ਕੇ ਉਹਨਾਂ ਨੂੰ ਕਰਜ਼ਾ ਚੁੱਕ ਕੇ ਆਪਣੇ ਭਰਾਵਾਂ ਨੂੰ, ਆਪਣੀਆਂ ਭੈਣਾਂ ਨੂੰ, ਉਹਨਾਂ ਨੂੰ ਵਾਪਸ ਬੁਲਾਉਣਾ ਪੈਂਦਾ। ਇਹ ਇੱਕ ਡਰ ਤੇ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹਮੇਸ਼ਾ ਹੀ। ਇਹ ਹਮੇਸ਼ਾ ਹੀ ਪੰਜਾਬ ਦੇ ਵਿੱਚ ਹੀ ਕਿਉਂ ਹੁੰਦਾ? ਕਿਤੇ ਨਾ ਕਿਤੇ ਅਸੀਂ ਇਹ ਦੇਖਦੇ ਹਾਂ ਕਿ ਜੇ ਸ਼ਿਕਾਇਤ ਦਿੱਤੀ ਗਈ ਸੀ ਪਰਿਵਾਰ ਵੱਲੋਂ 1 ਮਹੀਨਾ ਪਹਿਲਾਂ, ਤੇ ਅਗਰ ਉਹ ਕਾਰਵਾਈ ਨਹੀਂ ਹੋਈ, ਤੇ ਕਿਤੇ ਨਾ ਕਿਤੇ ਤੁਸੀਂ ਇਹ ਮੰਨਦੇ ਹੋ ਜੀ ਇਹਦੇ ਵਿੱਚ ਪੁਲਿਸ ਅਫਸਰਾਂ ਦੀ ਵੀ ਕੁਤਾਹੀ ਰਹੀ ਹੈ? ਬਿਲਕੁਲ ਸਰ, ਮੈਂ ਹੁਣ ਐਸਐਸਪੀ ਸਾਹਿਬ ਨੂੰ ਕਿਹਾ ਹੈਗਾ ਕਿ ਜਿਹੜੀ ਤੁਹਾਡੀ ਪੁਰਾਣੀ ਦਰਖਾਸਤ ਹੈਗੀ ਆ, ਤੁਸੀਂ ਉੱਤੇ ਅੱਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਹੈਗੀ? 25/3/2021 ਦਰਖਾਸਤ ਗਈ ਹੋਈ ਹੈ, ਬਿਲਕੁਲ ਉਸ ਤੇ ਵੀ ਮੈਂ ਸਾਰਾ ਕੁਝ ਦੁਬਾਰਾ ਤਕਰੀਬਨ ਅਸੀਂ ਕਹਦੇ ਸਵਾ ਮਹੀਨਾ ਬਹੁਤ ਹੁੰਦਾ ਵਾ ਕਿਸੇ ਚੀਜ਼ ਤੇ ਕਾਰਵਾਈ ਕਰਨ ਦੇ ਲਈ। ਤੇ ਕੀ ਤੁਸੀਂ ਉਮੀਦ ਕਰਦੇ ਹੋ ਕਿ ਅੱਜ 1 ਦਿਨ ਦੇ ਵਿੱਚ ਕਾਰਵਾਈ ਹੋ ਜਾਏਗੀ? ਨਹੀਂ, ਆਪਾਂ ਕੋਈ ਉਮੀਦ ਨਹੀਂ ਕਰਦੇ। ਪਹਿਲਾਂ ਤਾਂ ਜਿਹੜੇ ਅਫਸਰਾਂ ਨੇ ਪਹਿਲਾਂ ਦਰਖਾਸਤ ਆ, ਅਸੀਂ ਉਹਨਾਂ ਨੂੰ ਸਸਪੈਂਡ ਕਰਨ ਦੀ ਐਪਲੀਕੇਸ਼ਨ ਜ਼ਰੂਰ ਸਾਡੇ ਵੱਲੋਂ ਦੇਵਾਂਗੇ ਕਿ ਉਹਨਾਂ ਨੂੰ ਸਸਪੈਂਡ
ਕੀਤਾ ਜਾਵੇ। ਜਿਹੜੇ ਅੱਜ ਤੱਕ ਜੇ ਇਹਨਾਂ ਦੇ ਗਰੀਬ ਪਰਿਵਾਰਾਂ ਦੀ ਨਹੀਂ ਸੁਣਵਾਈ ਕਰ ਰਹੇ ਹੈਗੇ, ਏਜੰਟ ਸ਼ਰੇਆਮ ਖੁੱਲੇ ਘੁੰਮ ਰਹੇ ਹੈਗੇ, ਬਿਨਾਂ ਲਾਇਸੈਂਸ ਤੋਂ ਲੋਕਾਂ ਨੂੰ ਬਾਹਰ ਮਲੇਸ਼ੀਆ ਭੇਜੀ ਜਾ ਰਹੇ, ਕਿਸੇ ਦੇ ਧਿਆਨ 'ਚ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਸਭ ਤੋਂ ਸਖਤ ਇਹਨਾਂ 'ਤੇ ਕਾਰਵਾਈ ਕੀਤੀ ਜਾਊਗੀ। ਬਿਲਕੁਲ ਦੇਖ ਸਕਦੇ ਹਾਂ ਕਿ ਜ਼ਰੂਰ ਜਿਹੜਾ ਵਾ ਬੀਜੇਪੀ ਦੇ ਆਗੂਆਂ ਵੱਲੋਂ ਆਸ਼ਵਾਸਨ ਹੈ ਕਿ ਅਸੀਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਮਦਦ ਕਰਨ ਦੇ ਲਈ। ਇਹਨਾਂ ਨੂੰ ਅੰਬੇਦਕਰ ਫਾਊਂਡੇਸ਼ਨ ਤੋਂ ਇਹਨਾਂ ਦੇ ਪਰਿਵਾਰ ਦੀ ਗੁਜ਼ਰ ਬਸਰ ਕਰਨ ਵਾਸਤੇ ਤੇ ਇਹਨਾਂ ਦੇ ਮਾਤਾ ਜੀ ਦਾ ਇਲਾਜ ਕਰਾਉਣ ਵਾਸਤੇ ਉਹਨਾਂ ਨੇ ਅੱਗੇ ਕਦਮ ਵਧਾਇਆ। ਸੋ ਦੇਖਦੇ ਹਾਂ ਕਿ ਇਹ ਕਦੋਂ ਇਹਨਾਂ ਨੂੰ ਇਨਸਾਫ ਮਿਲਦਾ। ਸੋ ਨੇਸ਼ਨ ਪੋਸਟ ਦੀ ਟੀਮ ਦਾ ਹਮੇਸ਼ਾ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਏਜੰਟ ਨੇ ਜਾਂ ਇਹੋ ਜਿਹੇ ਪਰਿਵਾਰ ਨੇ ਜਿਹੜੇ ਦੁਖੀ ਨੇ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਨਤਾ ਤੱਕ ਨਸ਼ਰ ਕੀਤਾ ਜਾਵੇ, ਤਾਂ ਜੋ ਇਹੋ ਜਿਹੇ ਜਿਹੜੇ ਏਜੰਟ ਨੇ ਦੇ ਪਰਿਵਾਰਾਂ ਦੀ ਮਦਦ ਵਾਸਤੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ। ਐਂਡ ਅਵੇਅਰਨੈਸ ਅਸੀਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਏਜੰਟਾਂ ਦੇ ਲੁੱਟ ਤੋਂ ਕਿੱਦਾਂ ਬਚਿਆ ਜਾ ਸਕਦਾ। ਕਿਸੇ ਵੀ ਤੁਸੀਂ ਬਾਹਰ ਜਾਣਾ ਹੈ ਤੇ ਸਭ ਤੋਂ ਪਹਿਲਾਂ ਉਹਦੀ ਇਹ ਚੀਜ਼ ਚੈੱਕ ਕਰੋ ਕਿ ਉਹ ਗਵਰਨਮੈਂਟ ਆਫ ਪੰਜਾਬ ਤੋਂ ਜਾਂ ਗਵਰਨਮੈਂਟ ਆਫ ਇੰਡੀਆ ਤੋਂ ਲਾਇਸੈਂਸ ਧਾਰਕ ਹੈਗਾ ਜਾਂ ਨਹੀਂ ਹੈਗਾ। ਸੋ ਉਹਦੇ ਕੋਲ ਕੀ ਕੁਛ ਹੈਗਾ, ਕਿਉਂਕਿ ਅਸੀਂ ਪੰਜਾਬ ਦੇ ਭੋਲੇ ਭਾਲੇ ਲੋਕ ਸਿਰਫ ਕੁਛ ਚੰਦ ਕਮਾਈ ਵੱਧ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਝਾਂਸੇ 'ਚ ਫਸ ਜਾਂਦੇ ਨੇ, ਜਿੱਥੇ ਉਹਨਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਨੇ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਪਿੱਛੋਂ ਦੁਖੀ ਹੁੰਦੇ ਨੇ। ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬਾਹਰ ਜਾਂਦੇ ਨੇ, ਕਈ ਵਾਰਾਂ ਉਹਨਾਂ ਨੂੰ ਜਿਹੜੀਆਂ ਲਾਸ਼ਾਂ ਹੀ ਵਾਪਸ ਆਉਂਦੀਆਂ ਰਹੀਆਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਭਰਾ ਉੱਥੇ ਠੀਕ ਠਾਕ ਹੋਵੇ ਤੇ ਇਹਨਾਂ ਵਾਪਸ ਪਰਿਵਾਰ ਦੇ ਵਿੱਚ ਆਵੇ ਤੇ ਇੱਥੇ ਆਣ ਕੇ ਆਪਣੀ ਜ਼ਿੰਦਗੀ ਦੀ ਜਿਹੜੀ ਗੁਜ਼ਰ ਬਸਰ ਕਰੇ, ਕਿਉਂਕਿ ਇੱਕ ਵੱਡੀ ਜ਼ਿੰਦਗੀ ਜਿਹੜੀ ਆ ਉਹਨਾਂ ਦੇ ਅੱਗੇ ਪਈ ਆ। ਛੋਟੇ ਛੋਟੇ ਬੱਚੇ ਆਪਣੇ ਪਰਿਵਾਰ ਦੇ ਵਿੱਚ ਜੀ ਸਕਣ। ਸੋ ਇਸ ਲਈ ਇਹ ਗੱਲ ਕਰਦੇ ਹਾਂ ਕਿ ਤੁਹਾਡੇ ਨਾਲ ਵੀਰ ਜੀ ਹੋਰ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਵਾਈਫ ਹੈ, ਠੀਕ ਹੈ, ਸੋ ਉਹਨਾਂ ਨੂੰ ਵੀ ਧਮਕੀਆਂ ਆ ਰਹੀਆਂ ਨੇ, ਉਹਨਾਂ ਦੀ ਭੈਣ ਨੂੰ ਧਮਕੀਆਂ ਆ ਰਹੀਆਂ ਨੇ। ਇਸ ਤੋਂ ਪਹਿਲਾਂ ਕਿ ਇਸ ਪਰਿਵਾਰ ਦੇ ਉੱਤੇ ਹੋਰ ਕੋਈ ਪਹਾੜ ਟੁੱਟੇ, ਉਹਦੇ ਲਈ ਤੁਸੀਂ ਕੀ ਇਹਨਾਂ ਦੀ ਕੋਈ ਸਿਕਿਉਰਿਟੀ ਦਾ ਇੰਤਜ਼ਾਮ ਵੀ ਕਰਾ ਰਹੇ ਹੋ, ਜਿਸ ਤਰੀਕੇ ਨਾਲ ਉਹਨਾਂ ਦਾ ਏਜੰਟ ਦਾ ਪਰਿਵਾਰ ਧਮਕੀਆਂ ਦੇ ਰਿਹਾ ਇਹਨਾਂ ਨੂੰ? ਡੀਐਸਪੀ ਸਾਹਿਬ ਨੇ ਹੁਣੀ ਜਮਸ਼ੇਰ ਇਹਨਾਂ ਨੂੰ ਥਾਣਾ ਲੱਗਦਾ ਹੈਗਾ, ਉੱਥੇ ਐਸਐਚਓ ਨੂੰ ਉਹਨਾਂ ਨੂੰ ਇਤਲਾਹ ਕਰ ਦਿੱਤੀ ਹੋਈ ਆ ਔਰ ਇਹਨਾਂ ਕੋਲ ਕਾਲ ਡਿਟੇਲਾਂ ਵੀ ਮੰਗ ਲਈਆਂ ਹੋਈਆਂ ਔਰ ਜਿੱਥੇ ਪਤਾ ਟਰੇਸ ਕਰ ਸਕਣ ਕਿ ਕਿਹੜੇ ਕਾਲਾਂ ਤੋਂ ਆਈਆਂ ਫੋਨ ਤੇ ਕਿਹਨੇ ਧਮਕੀ ਦਿੱਤੀਆਂ ਹੋਈਆਂ। ਜ਼ਰੂਰ ਕਾਰਵਾਈ ਹੋਗੀ ਜੀ। ਉੱਤੇ ਨਹੀਂ ਕਾਰਵਾਈ ਹੋਈ, ਸਾਡਾ ਪੂਰੀ ਭਾਰਤੀ ਜਨਤਾ ਪਾਰਟੀ ਨਾਲ ਅਸੀਂ ਪ੍ਰਦਰਸ਼ਨ ਕਰਾਂਗੇ, ਜੋ ਮੰਨ ਲਓ ਬਣਦਾ ਮਾਹੌਲ ਦੇ ਹਿਸਾਬ ਨਾਲ ਅਸੀਂ ਕੰਮ ਕਰਾਂਗੇ ਅੱਗੇ। ਬਿਲਕੁਲ ਜੀ, ਦੇਖ ਸਕਦੇ ਹਾਂ ਕਿ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਜਿਹੜੇ ਜਮਸ਼ੇਰ ਦੇ ਥਾਣਾ ਇੰਚਾਰਜ ਨਾਲ ਗੱਲਬਾਤ ਹੋ ਚੁੱਕੀ ਆ ਤੇ ਉਹ ਇਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਵੀ ਕਰਨਗੇ। ਜੁੜੇ ਰਹੋ ਨੇਸ਼ਨ ਪੋਸਟ ਨਾਲ।